ਜਗਮੋਹਨ ਸਿੰਘ ਪੱਟੀ ਐਡਵੋਕੇਟ YouTube ਚੈਨਲ ਅੱਜ ਤੁਹਾਡੇ ਵਾਸਤੇ ਇਹ ਜਿਹੜੀ ਬੂਟਿਆਂ ਦੀ ਸ਼ਾਨ ਹੈ ਤੇ ਬੂਟਿਆਂ ਦੀ ਆਨ ਹੈ ਤੇ ਬੂਟਿਆਂ ਦੀ ਬਾਨ ਹੈ। ਇਹ ਚੰਡੀਗੜ੍ਹ ਦੇ ਵਿੱਚ ਸੈਕਟਰ 17 ਦੀ ਹੈ ਔਰ ਸੈਕਟਰ 17 ਨੂੰ ਜਾਂਦੀਆਂ ਸੜਕਾਂ ਤੇ ਲਹਿ ਲਹਾਂਦੀਆਂ ਹਰਿਆਲੀਆਂ ਤੁਹਾਨੂੰ ਇਹ ਦੱਸ ਰਹੀਆਂ ਇਹ ਸਮਾਰਟ ਸਿਟੀ ਕਿਹੋ ਜਿਹਾ। ਤੇ ਇਹ ਤੁਸੀਂ ਇਹ ਰੋਡਸ ਵੀ ਦੇਖ ਲਓ, ਇਹ ਟੈਕਸ ਪੇਅਰ ਤੇ ਜਿਹੜੀਆਂ ਪੈਸੇ ਨਾਲ ਬਣੀਆਂ ਹੋਈਆਂ ਜੇ। ਮੇਨਟੇਨੈਂਸ ਵੇਖ ਲਓ ਸਮਾਰਟ ਸਿਟੀ ਦੀ ਕਿੰਨੀ ਕੁ ਹੈ। ਤੇ ਕੱਲ ਅਮਿਤ ਸ਼ਾਹ ਜੀ ਆਏ ਸਨ ਸਾਡੇ ਹੋਮ ਮਿਨਿਸਟਰੀ ਸਾਹਿਬ ਜੀ, ਉਹ ਕੀ ਸੌਗਾਤਾਂ ਦੇ ਗਏ ਨੇ ਇਹਨਾਂ ਨੂੰ ਇਹ ਹੀ ਨਹੀਂ ਪਤਾ। ਸੌਗਾਤ ਦੇ ਵਿੱਚ ਤੇ ਇਨੈਗੂਰੇਸ਼ਨ ਦੇ ਵਿੱਚ ਜਿਹੜੀ ਸੌਗਾਤ ਹੁੰਦੀ ਹੈ ਉਹ ਕਦੀ ਨਹੀਂ ਆਉਂਦੀ, ਸਰਕਾਰੀ ਸੌਗਾਤ ਕਦੀ ਨਹੀਂ ਹੁੰਦੀ ਹੈ। ਇਹ ਟੈਕਸ ਪੇਅਰਸ ਦੇ ਪੈਸੇ ਨਾਲ ਆਉਂਦੀ ਹੈ ਔਰ ਜਦੋਂ ਇਹ ਟੈਕਸ ਪੇਅਰ ਦੇ ਪੈਸੇ ਨਾਲ ਆਉਂਦੀ ਹੈ ਤੇ ਟੈਕਸ ਪੇਅਰਸ ਦੇ ਨਾਲ ਕਿੱਦਾਂ ਖਿਲਵਾੜ ਕੀਤਾ ਜਾਂਦਾ ਹੈ। ਇਨਕਮ ਟੈਕਸ ਡਿਪਾਰਟਮੈਂਟ ਜਿਹੜਾ ਉਹ ਤੁਹਾਨੂੰ ਕਹਿੰਦਾ ਟੈਕਸ ਚੋਰ। ਇਸ ਦੇ ਬਾਵਜੂਦ ਵੀ ਕਿ ਤੁਸੀਂ ਟੈਕਸ ਦੇ ਰਹੇ ਹੋ ਔਰ ਟੈਕਸ ਦੀ ਜਿਹੜੀ ਕਲੈਕਸ਼ਨ ਹੈ ਉਹ ਕਲੈਕਟਿੰਗ ਏਜੰਸੀ ਹੈ ਇਨਕਮ ਟੈਕਸ ਡਿਪਾਰਟਮੈਂਟ ਜਾਂ ਐਕਸਾਈਜ਼ ਜਾਂ ED ਜਾਂ ਕੋਈ ਹੋਰ ਜਿਹੜੇ ਇੱਦਾਂ ਦੇ ਅਦਾਰੇ ਨੇ, ਲੇਕਿਨ ਉਹ ਇਸ ਚੀਜ਼ ਦਾ ਹਿਸਾਬ ਦੇਣ ਲਈ ਸਮਰੱਥ ਹਨ ਜਾਂ ਨਹੀਂ। ਇਹ ਕਿਸੇ ਵੇਲੇ ਵੀ ਕੁਐਸਚਨ ਜਿਹੜਾ ਕੋਰਟ ਦੇ ਵਿੱਚ ਜਾ ਸਕਦਾ, ਕੋਰਟ ਦੇ ਫਲੋਰ 'ਤੇ ਜਾਏਗਾ ਤੇ ਫਿਰ ਇਹ ਸਮਝ ਲੱਗ ਜਾਏਗੀ ਵੀ ਟੈਕਸ ਚੋਰ ਕੌਣ ਨੇ ਤੇ ਟੈਕਸ ਲੁਟੇਰੇ ਕੌਣ ਨੇ। ਇਸ ਦਾ ਅਸੀਂ ਵਿਖਿਆਂਤਰਨ ਅੱਜ ਕਰਨ ਲੱਗੇ ਹਾਂ ਤੇ ਲਓ ਫਿਰ ਇੱਕ ਕਰਦੇ ਹਾਂ ਆਪਣੇ ਜਾਣੇ ਪਛਾਣੇ ਚਿਹਰੇ ਨਾਲ ਗੱਲ। ਲਓ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲੇ ਤਾਂ ਥੈਂਕ ਯੂ, ਤੁਸੀਂ ਸਾਰੇ ਸਾਡੇ ਵੀਡੀਓ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰ ਰਹੇ ਹੋ, ਦੇਖ ਰਹੇ ਹੋ ਤੇ ਪਲੀਜ਼ ਇਸ ਚੀਜ਼ ਨੂੰ ਫਾਰਵਰਡ ਵੀ ਕਰੋ ਤਾਂ ਕਿ ਬਾਕੀ ਜਨਤਾ ਵੀ ਇਹਨਾਂ ਚੀਜ਼ਾਂ ਨੂੰ ਦੇਖੇ ਤੇ ਅੱਗੇ ਤੋਂ ਅੱਗੇ ਲੋਕਾਂ ਦੀ ਸੋਚ ਵਿੱਚ ਫਰਕ ਆਵੇ। ਅੱਜ ਆਪਾਂ ਗੱਲ ਕਰਦੇ ਹਾਂ ਟੈਕਸ ਦੀ। ਟੈਕਸ ਵਿੱਚ ਕੀ ਹੁੰਦਾ ਹੈਗਾ ਕਿ ਜਦੋਂ ਕਿਸੇ ਅਮੀਰ ਬੰਦੇ ਨਾਲ ਗੱਲ ਕਰਦੇ ਆ ਤੇ ਉਹ ਕਹਿੰਦਾ ਮੈਂ ਤੇ ਟੈਕਸ ਦਿੰਦਾ ਵਾਂ ਜੀ, ਮੈਂ ਤੇ ਇੰਨੇ ਲੱਖ ਰੁਪਏ ਟੈਕਸ ਦਿੰਦਾ ਵਾਂ, ਮੈਂ ਤੇ ਇੱਦਾਂ ਕਰਦਾ ਵਾਂ। ਤੇ ਜਿਹੜਾ ਵਿੱਚ ਵਿਚਾਰਾ ਮਿਡਲ ਕਲਾਸ ਹੁੰਦਾ ਨਾ, ਉਹ ਸੋਚਦਾ ਮੈਂ ਤੇ ਟੈਕਸ ਨਹੀਂ ਪੇ ਕਰਦਾ, ਮੇਰੀ ਤੇ ਇਨਕਮ ਨਹੀਂ ਹੈਗੀ ਟੈਕਸ ਪਈ। ਜੇ ਮਾੜੀ ਮੋਟੀ ਇਨਕਮ ਹੁੰਦੀ ਵੀ ਹੈ ਨਾ ਤੇ ਉਹਨੂੰ ਲੱਗਦਾ ਹੁੰਦਾ ਕਿ ਜੀ ਇੱਥੇ ਮੈਂ ਟੈਕਸ ਨਾਨ ਟੈਕਸੇਬਲ ਅਮਾਊਂਟ ਦੀ ਜਿਹੜੀ ਹੈਗੀ ਹੈ ਮੈਂ ਭਰਦਾ ਪਿਆ ਵਾਂ ਰਿਟਰਨ, ਤੇ ਮੈਂ ਟੈਕਸ ਪੇ ਹੀ ਨਹੀਂ ਹੈ। ਤੇ ਗਰੀਬ ਬੰਦਾ ਤੇ ਵਿਚਾਰਾ ਰਿਟਰਨ ਵੀ ਨਹੀਂ ਭਰਦਾ ਤੇ ਉਹਨੂੰ ਤੇ ਲੱਗਦਾ ਹੁੰਦਾ ਮੈਂ ਤੇ ਜ਼ਿੰਦਗੀ ਦੇ ਵਿੱਚ ਕਦੀ ਟੈਕਸ ਦਿੱਤਾ ਹੀ ਨਹੀਂ। ਪਰ ਜੇ ਅਸਲੀਅਤ ਵਿੱਚ ਅਸੀਂ ਦੇਖਿਆ ਜਾਈਏ ਤੇ ਅਸੀਂ ਸਾਰਾ ਦਿਨ ਟੈਕਸ ਭਰਦੇ ਹਾਂ। ਹੁਣ ਤੁਸੀਂ ਸੋਚੋਗੇ ਕਿਸ ਤਰ੍ਹਾਂ। ਅਸੀਂ ਸਵੇਰੇ ਉੱਠਦੇ ਹਾਂ, ਸਵੇਰੇ ਉੱਠਦੇ ਸਾਰ ਅਸੀਂ ਸਭ ਤੋਂ ਪਹਿਲਾ ਕੰਮ ਕੀ ਕਰਦੇ ਹੈਗੇ ਆ ਕਿ ਅਸੀਂ ਮੂੰਹ ਹੱਥ ਵਗੈਰਾ ਧੋਂਦੇ ਹਾਂ ਜਾਂ ਅਸੀਂ ਬਰਸ਼ ਕਰਦੇ ਹਾਂ, ਠੀਕ ਹੈ। ਅਸੀਂ ਮੂੰਹ ਹੱਥ ਧੋਂਦੇ ਹਾਂ, ਅਸੀਂ ਪਾਣੀ ਯੂਜ਼ ਕਰਦੇ ਹਾਂ, ਉਹਦੇ ਲਈ ਅਸੀਂ ਉਹ ਬਿੱਲ ਦਿੰਦੇ ਹੈਗੇ ਆ। ਸੈਕਿੰਡਲੀ ਅਸੀਂ ਬਰਸ਼ ਕਰਦੇ ਹਾਂ, ਅਸੀਂ ਉਹਨੂੰ ਮਾਰਕੀਟ 'ਚੋਂ ਜਦੋਂ ਪਰਚੇਜ਼ ਕਰਦੇ ਹਾਂ ਤੇ ਉਹਦੇ ਉੱਤੇ ਟੈਕਸ ਹੁੰਦਾ, ਅਸੀਂ ਉਹ ਟੈਕਸ ਪੇ ਕਰਦੇ ਹੈਗੇ ਆ। ਪੇਸਟ ਯੂਜ਼ ਕਰਦੇ ਹਾਂ, ਪੇਸਟ ਦੇ ਉੱਤੇ ਟੈਕਸ ਹੁੰਦਾ। ਫਿਰ ਅਸੀਂ ਚਾਹ ਪੀਂਦੇ ਹਾਂ ਤੇ ਚਾਹ ਪੱਤੀ ਦੇ ਉੱਤੇ ਵੀ ਟੈਕਸ ਹੈਗਾ ਤੇ ਚੀਨੀ ਦੇ ਉੱਤੇ ਵੀ ਟੈਕਸ ਹੈਗਾ, ਅਸੀਂ ਉਹ ਵੀ ਕਰਦੇ ਹੈਗੇ ਆ। ਅਸੀਂ ਜੇ ਰੋਟੀ ਖਾਂਦੇ ਆ, ਆਟਾ ਬਣਾਉਂਦੇ ਆ, ਕੁਝ ਵੀ ਕਰਦੇ ਆ, ਸਾਰੇ ਦਿਨ 'ਚ ਜੋ ਵੀ ਸਾਡਾ ਰੂਟੀਨ ਹੈ, ਮੰਨ ਲਓ ਅਸੀਂ ਕਾਰ ਚਲਾਉਂਦੇ ਆ, ਅਸੀਂ ਸਕੂਟਰ ਚਲਾਉਂਦੇ ਆ ਤੇ ਅਸੀਂ ਜਦੋਂ ਉਹਨੂੰ ਪਰਚੇਜ਼ ਕੀਤਾ ਉਹਦੇ ਉੱਤੇ ਵੀ ਅਸੀਂ ਉਹਨੂੰ ਟੈਕਸ ਦਿੱਤਾ। ਜਿਹੜਾ ਕਾਰ ਦੇ ਵਿੱਚ ਪੈਟਰੋਲ ਪੈਂਦਾ ਉਹਦੇ ਉੱਤੇ ਵੀ ਅਸੀਂ ਟੈਕਸ ਦਿੰਦੇ ਪਏ ਹੈਗੇ ਆ। ਫਿਰ ਆਪਾਂ ਕਿੱਦਾਂ ਕਹਿੰਦੇ ਆ ਕਿ ਅਸੀਂ ਟੈਕਸ ਪੇ ਨਹੀਂ ਕਰਦੇ ਹੈਗੇ। ਅਸੀਂ ਸਾਰਾ ਦਿਨ ਟੈਕਸ ਪੇ ਕਰਦੇ ਆ, ਪਰ ਸਾਨੂੰ ਸਹੂਲਤਾਂ ਕੀ ਮਿਲਦੀਆਂ ਨੇ ਉਹਦੇ ਬਦਲੇ ਦੇ ਵਿੱਚ। ਤੁਸੀਂ ਸੋਚੋ, ਟੋਲ ਟੈਕਸ ਇੰਨੇ ਮਹਿੰਗੇ ਲੱਗੇ ਹੋਏ ਨੇ, ਪਰ ਜੇ ਸ਼ਹਿਰਾਂ ਦੀਆਂ ਸੜਕਾਂ ਨੂੰ ਦੇਖਿਆ ਜਾਵੇ ਤੇ ਉਹਨਾਂ ਦੇ ਬੁਰੇ ਹਾਲ ਨੇ, ਉਹ ਟੁੱਟੀਆਂ ਹੋਈਆਂ ਨੇ। ਉਹ 5 ਸਾਲਾਂ 'ਚ ਇੱਕ ਵਾਰੀ ਬਣਦੀਆਂ ਨੇ, ਜਦੋਂ ਕੌਂਸਲਰ ਦਾ ਚੁਣਾਵ ਆਉਣਾ ਹੁੰਦਾ ਉਦੋਂ ਉਹਨਾਂ ਨੂੰ ਲੱਗਦਾ ਹੈਗਾ ਕਿ ਹੁਣ ਜੀ ਸੜਕਾਂ ਬਣਾ ਦਿਓ ਸਾਰੇ ਸ਼ਹਿਰ ਦੀਆਂ। ਅਦਰਵਾਈਜ਼ ਅਸੀਂ ਜੇ ਦੇਖਿਆ ਜਾਵੇ ਟੋਲ ਟੈਕਸ ਅਸੀਂ ਪੇ ਕਰਦੇ ਆ, ਗੱਡੀ ਖਰੀਦਣ ਲੱਗੇ ਅਸੀਂ ਰੋਡ ਟੈਕਸ ਪੇ ਕਰਦੇ ਹੈਗੇ ਆ, ਅਸੀਂ ਪੈਟਰੋਲ ਦੇ ਉੱਤੇ ਟੈਕਸ ਪੇ ਕਰਦੇ ਹੈਗੇ ਆ, ਅਸੀਂ ਐਕਸਾਈਜ਼ ਦੇ ਟੈਕਸ ਪੇ ਕਰਦੇ ਹੈਗੇ ਆ। ਜਦੋਂ ਅਸੀਂ ਇੰਨੇ ਟੈਕਸ ਪੇ ਕਰਦੇ ਹੈਗੇ ਆ ਤੇ ਸਾਨੂੰ ਸਹੂਲਤਾਂ ਦੇ ਨਾਮ ਦੇ ਉੱਤੇ ਕੀ ਮਿਲਦਾ ਹੈਗਾ? ਕੁਝ ਵੀ ਨਹੀਂ। ਜੇ ਅਸੀਂ ਸਰਕਾਰ ਨੂੰ ਦੇਖਦੇ ਹਾਂ ਤੇ ਉਹਨਾਂ ਦਾ ਇੱਕੋ ਹੀ ਜਵਾਬ ਹੁੰਦਾ, ਖਜ਼ਾਨੇ ਖਾਲੀ ਨੇ। ਕੋਈ ਵੀ ਕੰਮ ਹੋਵੇ ਖਜ਼ਾਨੇ ਖਾਲੀ ਨੇ। ਇੱਕ ਸਾਡਾ ਇੰਡੀਆ ਇਹੋ ਜਿਹਾ ਦੇਸ਼ ਹੈਗਾ ਜਿੱਥੇ ਜੇ ਕੋਈ ਪ੍ਰੋਬਲਮ ਆ ਜਾਂਦੀ ਹੈ, ਮੰਨ ਲਓ ਹੁਣ ਕਰੋਨਾ ਹੀ ਆਇਆ ਸੀ ਪਿੱਛੇ ਜਿਹੇ, ਤੇ ਸਾਡੇ PM ਸਾਹਿਬ ਜੀ ਨੇ ਇੱਕ ਖੋਲ੍ਹ ਲਿਆ ਸੀਗਾ ਕਿ ਜੀ ਤੁਸੀਂ ਜਿਹੜਾ ਹੈਗਾ ਡੋਨੇਸ਼ਨ ਦਿਓ ਵੱਡੇ ਲੋਕਾਂ ਨੇ। ਤੁਸੀਂ ਸੁਣਿਆ ਹੋਏਗਾ ਅਕਸ਼ੇ ਕੁਮਾਰ ਜੀ ਨੇ ਇੰਨੀ ਡੋਨੇਸ਼ਨ ਦਿੱਤੀ, ਜਿਹੜਾ ਹੈਗਾ ਦੂਸਰੇ ਐਕਟਰਸ ਨੇ ਇੰਨੀ ਡੋਨੇਸ਼ਨ ਦਿੱਤੀ, ਆਮ ਬੰਦੇ ਨੇ ਜਿੰਨਾ ਸਾਡੇ ਕੋਲੋਂ ਹੋ ਸਕਦਾ ਸੀ ਨਾ ਉਹਨਾਂ ਦਿੱਤਾ। ਗਵਰਨਮੈਂਟ ਦੇ ਜਿਹੜੇ EMPLOYEE ਸੀਗੇ ਉਹਨਾਂ ਦੀ ਅੱਧੀ ਤਨਖਾਹ ਇਹਨਾਂ ਨੇ
ਲੈ ਲਈ ਕਿ ਜੀ ਇਹ ਜਿਹੜਾ ਹੈਗਾ ਤੁਹਾਨੂੰ ਦਾਨ ਕਰਨਾ ਪੈਣਾ ਹੈ। ਗਵਰਨਮੈਂਟ ਇਹ ਦੇ ਅਦਾਰਿਆਂ ਨੇ ਪਹਿਲਾ ਦਾਨ ਸੀਗਾ ਜਿਹੜਾ ਸਰਕਾਰ ਨੇ ਜ਼ਬਰਦਸਤੀ ਲਿਆ ਵੀ ਤੁਹਾਨੂੰ ਤੇ ਕਰਨਾ ਹੀ ਪੈਣਾ ਹੈ। ਤੁਹਾਨੂੰ ਅੱਧੀ ਤਨਖਾਹ ਜਿਹੜੀ ਹੈਗੀ ਹੈ ਉਹ ਰਿਲੀਫ ਫੰਡ ਦੇ ਵਿੱਚ ਦੇਣੀ ਪੈਣੀ ਹੈ। ਤੁਸੀਂ ਇਹ ਦੇਖੋ ਕਿ ਜੀ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਫਿਰ ਅਸੀਂ ਕਹਿੰਦੇ ਹੈਗਾ ਕਿ ਸਾਡਾ ਦੇਸ਼ ਗਰੀਬ ਹੈ। ਮਦਦ ਕਿਹਨਾਂ ਨੂੰ ਪਹੁੰਚੀ? ਕਿਸੇ ਨੂੰ ਵੀ ਨਹੀਂ ਆਪ ਪਹੁੰਚੀ। ਕੱਖ ਨਹੀਂ ਕੀਤਾ। ਠੀਕ ਹੈ, ਇਹਨਾਂ ਨੇ ਆਪ ਕੀ ਕੀਤਾ? ਕਿਸੇ ਨੇ ਇਹ ਪੁੱਛਿਆ ਹੈਗਾ ਕਿ ਪੀਐਮ ਸਾਹਿਬ ਜੀ ਤੁਸੀਂ ਜਿਹੜਾ ਹੈਗਾ ਇਹ ਇੰਨਾ ਫੰਡ ਇਕੱਠਾ ਕੀਤਾ, ਇਹਨੂੰ ਤੁਸੀਂ ਕਿੱਥੇ ਯੂਜ਼ ਕੀਤਾ, ਸਾਨੂੰ ਦੱਸੋ ਜ਼ਰਾ। ਜਿਹੜਾ ਤੁਹਾਡਾ ਪ੍ਰਾਈਵੇਟ ਹੈਲੀਕਾਪਟਰ ਬਣਿਆ ਹੈਗਾ ਉਹ ਕਿੱਥੋਂ ਬਣਿਆ ਹੈਗਾ? ਉਹ ਪੈਸਾ ਕਿੱਥੋਂ ਆਇਆ? ਉਹ ਕਿਹੜਾ ਟੈਕਸ ਚੋਰੀ ਕਰਕੇ ਬਣਿਆ ਹੈਗਾ? ਕਦੀ ਕਿਸੇ ਨੇ ਇਸ ਚੀਜ਼ ਨੂੰ ਸੋਚਿਆ? ਇੱਕ ਬੰਦੇ ਨੇ 10 ਸਾਲ ਪੀਐਮ ਦੀ ਪੋਸਟ ਦੇ ਉੱਤੇ ਰਿਹਾ ਤੇ ਉਹਨੇ ਆਪਣਾ ਪ੍ਰਾਈਵੇਟ ਜਿਹੜਾ ਸੀਗਾ ਉਹਨੇ ਜਹਾਜ਼ ਬਣਾ ਲਿਆ। ਤੁਸੀਂ ਸੋਚ ਸਕਦੇ ਹੋ ਵੀ ਕਿੰਨਾ ਪੈਸਾ ਲੱਗਾ ਹੋਏਗਾ ਉਹਦੇ ਉੱਤੇ ਤੇ ਕਿਹੜੀਆਂ ਫੈਸਿਲਿਟੀਆਂ ਨਹੀਂ ਹੈ। ਸਾਡੇ ਪੀਐਮ ਸਾਹਿਬ ਇੱਕ ਵਾਰੀ ਬਣੇ ਤੇ ਉਹਨਾਂ ਨੇ ਪੂਰਾ ਵਰਲਡ ਟੂਰ ਕੀਤਾ। ਉਹ ਕਿਹਦੇ ਖਰਚੇ ਦੇ ਉੱਤੇ ਕੀਤਾ? ਸਾਡੇ ਖਰਚੇ ਦੇ ਉੱਤੇ ਕੀਤਾ। ਤੇ ਉਹ ਸਾਡਾ ਪੈਸਾ ਇਹਨਾਂ ਕੋਲ ਆਇਆ ਕਿੱਦਾਂ? ਟੈਕਸ ਦੇ ਥਰੂ, ਕਿਉਂਕਿ ਅਸੀਂ ਸਾਰੇ ਟੈਕਸ ਪੇ ਕਰਦੇ ਆ। ਪਰ ਅਸੀਂ ਸੋਚਦੇ ਇਹੀ ਹੈਗੇ ਆ ਕਿ ਅਸੀਂ ਟੈਕਸ ਨਹੀਂ ਪੇ ਕਰਦੇ। ਕਿਸੇ ਵੀ ਪੀਐਮ ਨੇ ਇੰਨੇ ਵਰਲਡ ਟੂਰ ਨਹੀਂ ਕੀਤੇ ਜਿੰਨੇ ਸਾਡੇ ਮੋਦੀ ਸਾਹਿਬ ਨੇ ਕੀਤੇ ਨੇ 5 ਸਾਲ। ਈਵਨ ਦੈਨ ਕਿ ਜੀ ਇਹਨਾਂ ਨੂੰ ਕਈ ਦੇਸ਼ਾਂ ਨੇ ਤੇ ਆਪਣੇ ਦੇਸ਼ ਵਿੱਚ ਐਂਟਰੀ ਤੋਂ ਵੀ ਮਨਾ ਕਰ ਦਿੱਤਾ। ਕਿੱਡੀ ਸ਼ਰਮ ਦੀ ਗੱਲ ਸੀਗੀ ਸਾਡੇ ਦੇਸ਼ ਵਾਸਤੇ ਕਿ ਸਾਡੇ ਪੀਐਮ ਨੂੰ ਐਂਟਰਟੇਨ ਨਹੀਂ ਕੀਤਾ ਗਿਆ ਦੂਸਰੇ ਦੇਸ਼ ਦੇ ਪੀਐਮ ਵੱਲੋਂ। ਸੋ ਸੋਚਣਾ ਚਾਹੀਦਾ ਹੈਗਾ ਕਿ ਜੀ ਅਸੀਂ ਇੰਨਾ ਕੁਝ ਪੇ ਕਰ ਰਹੇ ਹਾਂ। ਅਸੀਂ ਹਰ ਚੀਜ਼ ਉੱਤੇ, ਅਗਰ ਅਸੀਂ ਅੱਜ ਇਹ ਕੱਪੜੇ ਪਾਏ ਹੋਏ ਨੇ ਇਹਦੇ ਤੇ ਟੈਕਸ ਦਿੱਤਾ, ਅਗਰ ਅਸੀਂ ਇਹ ਮੋਬਾਈਲ ਲਏ ਹੋਏ ਨੇ ਇਹਦੇ ਤੇ ਅਸੀਂ ਟੈਕਸ ਦਿੰਦੇ ਹੈਗੇ, ਜੇ ਅਸੀਂ ਇਹ ਬੈਂਗਲਸ ਪਾਏ ਹੋਏ ਨੇ ਇਹਦੇ ਤੇ ਅਸੀਂ ਟੈਕਸ ਦਿੰਦੇ ਹੈਗੇ, ਜੇ ਅਸੀਂ ਰੋਟੀ ਖਾਂਦੇ ਪਏ ਉਹਦੇ ਤੇ ਵੀ ਟੈਕਸ ਦਿੰਦੇ ਪਏ ਹੈਗੇ ਆ, ਪਾਣੀ ਪੀਣ ਦਾ ਵੀ ਅਸੀਂ ਟੈਕਸ ਦਿੰਦੇ ਹੈਗੇ ਆ। ਤੇ ਫਿਰ ਵੀ ਸਾਡਾ ਦੇਸ਼ ਗਰੀਬ ਹੈ, ਸਾਡਾ ਦੇਸ਼ ਕਰਜ਼ੇ ਥੱਲੇ ਹੈ, ਸਾਡੇ ਖਜ਼ਾਨੇ ਖਾਲੀ ਨੇ। ਤੇ ਸਾਡੀ ਸੋਚ ਇਹਨਾਂ ਨੇ ਕਿੱਦਾਂ ਦੀ ਬਣਾ ਦਿੱਤੀ ਹੈਗੀ ਹੈ ਕਿ ਅਸੀਂ ਟੈਕਸ ਪੇ ਨਹੀਂ ਕਰਦੇ, ਜਿਹਦੇ ਕਰਕੇ ਖਜ਼ਾਨੇ ਖਾਲੀ। ਅਸੀਂ ਟੈਕਸ ਦੇ ਚੋਰ ਆ, ਇਸ ਕਰਕੇ ਖਜ਼ਾਨੇ ਖਾਲੀ। ਮਹਿੰਗਾਈ ਦੀ ਮਾਰ ਨੂੰ ਇਸ ਹੱਦ ਤੱਕ ਵਧਾ ਦਿੱਤਾ ਗਿਆ ਹੈਗਾ ਕਿ ਆਮ ਬੰਦਾ ਸੋਚ ਹੀ ਨਹੀਂ ਸਕਦਾ ਕਿ ਮੈਂ ਇਮਾਨਦਾਰੀ ਦੇ ਨਾਲ ਜਿਹੜਾ ਹੈਗਾ, ਜੇ ਮੈਂ ਰਿਟਰਨ ਭਰਨੀ ਹੈ ਤਾਂ ਮੈਂ ਇਮਾਨਦਾਰੀ ਦੇ ਨਾਲ ਭਰਾਂ, ਕਿਉਂਕਿ ਇੰਨੇ ਟੈਕਸ ਤੇ ਉਹ ਪਹਿਲਾਂ ਹੀ ਦੇ ਚੁੱਕਾ ਹੋਇਆ। ਟੋਲ ਪਲਾਜ਼ੇ ਦੇਖ ਲਓ, ਜਲੰਧਰ ਜਾਣਾ ਹੋਵੇ, ਜੇ ਤੁਸੀਂ ਲੁਧਿਆਣੇ ਤੋਂ ਜਲੰਧਰ ਜਾਣਾ ਹੋਵੇ ਤਾਂ ਸਭ ਤੋਂ ਮਹਿੰਗਾ ਟੋਲ ਹੈ 200 ਰੁਪਇਆ। ਪੁੱਛੇ ਇੱਕ ਦਿਨ 'ਚ ਕਿੰਨੀਆਂ ਗੱਡੀਆਂ ਜਾਂਦੀਆਂ ਨੇ, ਇੰਨਾ ਪੈਸਾ ਇਹਨਾਂ ਕੋਲ ਇਕੱਠਾ ਹੁੰਦਾ, ਉਹ ਪੈਸਾ ਕਿੱਥੇ ਜਾਂਦਾ? ਕੀ ਕਰਦੇ ਨੇ ਇਹ ਲੋਕ? ਤੁਸੀਂ ਕਦੀ ਵੀ ਜਲੰਧਰ ਵਾਲੇ ਜਿਹੜੇ ਟੋਲ ਟੈਕਸ ਦੇ ਉੱਤੇ, ਜਿਹੜਾ ਲਾਡੋਵਾਲ ਦੇ ਉੱਤੇ ਟੋਲ ਟੈਕਸ ਲੱਗਾ ਹੋਇਆ, ਉਸ ਟੋਲ ਦੇ ਉੱਤੇ ਤੁਸੀਂ ਕਦੀ ਵੀ 10 ਮਿੰਟ ਤੋਂ ਪਹਿਲੇ ਪਾਰ ਨਹੀਂ ਕਰ ਸਕਦੇ ਉਹਨੂੰ, ਕਿਉਂਕਿ ਉੱਥੇ ਲਾਈਨਾਂ ਲੱਗੀਆਂ ਹੁੰਦੀਆਂ। ਤੁਸੀਂ ਅੱਜ ਦੀ ਡੇਟ 'ਚ ਆਪਾਂ ਚੰਡੀਗੜ੍ਹ 'ਚ ਖੜੇ ਹਾਂ, ਚੰਡੀਗੜ੍ਹ 'ਚ ਆਉਣਾ ਹੋਵੇ ਤੁਸੀਂ ਜਿਹੜੇ ਮਰਜ਼ੀ ਪਾਸਿਓਂ ਆ ਜਾਓ ਘੁੰਮ ਕੇ, ਤੁਹਾਨੂੰ ਹਰ ਜਗ੍ਹਾ ਟੋਲ ਦੇਣਾ ਪਏਗਾ। ਕਿਉਂ? ਇੱਕ ਜਗ੍ਹਾ ਤੇ ਟੋਲ ਲੱਗ ਗਿਆ, 2 ਕਿਲੋਮੀਟਰ 3 ਕਿਲੋਮੀਟਰ 5 ਕਿਲੋਮੀਟਰ ਜਾਓ ਤੇ ਫੇਰ ਟੋਲ ਆ ਜਾਂਦਾ ਹੈਗਾ। ਸਰਕਾਰ ਇੰਨੇ ਟੋਲ ਲੈਂਦੀ ਪਈ ਹੈਗੀ ਹੈ, ਕਿਸ ਗੱਲ ਦੇ ਲੈਂਦੀ? ਪਹਿਲੇ ਜ਼ਮਾਨੇ 'ਚ ਹੁੰਦਾ ਸੀ ਕਿ ਪੁਲ ਬਣਿਆ, ਟੋਲ ਪਲਾਜ਼ਾ ਬਣਿਆ, ਜਦੋਂ ਪੁਲ ਦੇ ਪੈਸੇ ਪੂਰੇ ਹੋ ਗਏ ਟੋਲ ਪਲਾਜ਼ਾ ਹਟ ਜਾਂਦਾ ਹੁੰਦਾ ਸੀ। ਪਰ ਸਾਡੀ ਸਰਕਾਰ ਦੇ ਮੂੰਹ ਨੂੰ ਅਸੀਂ ਇਹੋ ਜਿਹਾ ਖੂਨ ਲਗਾ ਦਿੱਤਾ ਹੈਗਾ ਨਾ ਕਿ ਅਸੀਂ ਚੁੱਪਚਾਪ ਉਹਨਾਂ ਦੀ ਹਰ ਗੱਲ ਨੂੰ ਮੰਨਦੇ ਪਏ ਹਾਂ ਤੇ ਉਹ ਟੋਲ ਕਦੀ ਹਟਦੇ ਹੀ ਨਹੀਂ ਪਏ ਹੈਗੇ। ਇੱਕ ਵਾਰੀ ਜਿਹੜਾ ਲੱਗ ਗਿਆ ਤੁਸੀਂ ਚੁੱਪਚਾਪ ਪੇ ਕਰ ਰਹੇ ਹੈਗੇ ਹੋ, ਸਰਕਾਰ ਕਹਿੰਦੀ ਦੇਈ ਚੱਲੋ, ਪੈਸਾ ਸਾਡੀ ਜੇਬ 'ਚ ਆ ਰਿਹਾ, ਸਰਕਾਰ ਨੂੰ ਕੋਈ ਨਹੀਂ ਦੇ ਰਿਹਾ। ਸਾਡੇ ਉੱਤੇ ਉਹ ਪੈਸਾ ਰਿਟਰਨ ਹੋ ਕੇ ਸਾਡੇ ਉੱਤੇ ਲੱਗਣਾ ਚਾਹੀਦਾ, ਸਾਡੇ ਉੱਤੇ ਨਹੀਂ ਲੱਗ ਰਿਹਾ। ਦੇਖਿਆ ਜਾਵੇ ਸਰਕਾਰ ਨੂੰ ਬਾਹਰਲੇ ਦੇਸ਼ਾਂ ਦੀ ਅਸੀਂ ਰੀਸ ਕਰਦੇ ਪਏ ਹੈਗੇ ਆ ਕਿ ਜੀ ਅਸੀਂ ਡਿਜੀਟਲ ਇੰਡੀਆ ਬਣਾਉਣਾ, ਪਰ ਅੱਜ ਤੁਸੀਂ ਬੈਂਕ ਵਿੱਚ ਚਲੇ ਜਾਓ ਤੇ ਤੁਸੀਂ ਉੱਥੇ ਜਾ ਕੇ ਕਹਿ ਦਿਓ ਕਿ ਜੀ ਮੇਰਾ ਅਕਾਊਂਟ ਹੈਗਾ, ਅਕਾਊਂਟ ਨੰਬਰ ਮੇਰਾ ਇਹ ਹੈਗਾ, ਤੁਹਾਡੇ ਕੋਲ ਮੇਰੀ ਫੋਟੋ ਲੱਗੀ ਹੋਈ ਹੈ, ਮੈਂ ਪੈਸਾ ਕਢਾਉਣਾ, ਪਰ ਮੈਂ ਆਪਣੇ ਏਟੀਐਮ ਤੋਂ 25,000 ਤੋਂ ਜ਼ਿਆਦਾ ਨਹੀਂ ਕਢਾ ਸਕਦੀ, ਉਹ ਵੀ 3 ਵਾਰੀਆਂ 'ਚ। ਜੇ ਮੈਂ 1 ਮਹੀਨੇ 'ਚ ਆਪਣਾ ਏਟੀਐਮ 5 ਵਾਰੀ ਯੂਜ਼ ਕਰ ਲੂੰਗੀ ਤੇ ਮੈਨੂੰ ਉਹਦੇ ਉੱਤੇ ਪੇ ਕਰਨਾ ਪਏਗਾ, ਯਾਨੀ ਆਪਣੇ ਪੈਸੇ ਨੂੰ ਹੀ ਕਢਾਉਣ ਦੇ ਲਈ ਮੈਨੂੰ ਪੈਸੇ ਦੇਣੇ ਪੈਣਗੇ। ਦੇਖਿਆ ਜਾਵੇ ਜਿਹੜਾ ਮੇਰਾ ਪੈਸਾ ਬੈਂਕ ਦੇ ਵਿੱਚ ਰਹਿੰਦਾ ਹੈ, ਉਹਨੂੰ ਬੈਂਕ ਜਿੱਥੇ ਇਨਵੈਸਟ ਕਰਦਾ ਤੇ ਉੱਥੋਂ ਜਿਹੜੀ ਇਨਕਮ ਆਉਂਦੀ ਹੈਗੀ ਹੈ, ਉਹ ਇਨਕਮ ਕੀ ਘੱਟ ਹੈਗੀ ਹੈ ਕਿ ਫਿਰ ਮੈਨੂੰ ਮੇਰਾ ਪੈਸਾ ਬੈਂਕ 'ਚ ਰੱਖਣ ਲਈ ਵੀ ਪੈਸੇ ਦੇਣੇ ਪੈਣ?
ਜੇ ਮੈਂ ਮੰਨ ਲਓ 50,000 ਰੁਪਇਆ ਕਢਾਉਣਾ ਹੋਵੇ, ਮੈਂ ਸਲਿੱਪ ਤੇ ਹਾਰਡ ਕਾਪੀ ਤੋਂ ਬਿਨਾ ਨਹੀਂ ਕਢਾ ਸਕਦੀ। ਮੈਨੂੰ ਚੈੱਕ ਬੁੱਕ ਚਾਹੀਦੀ ਹੈ। ਜੇ ਮੈਨੂੰ ਕਿਤੇ ਐਮਰਜੈਂਸੀ ਲੋੜ ਪੈ ਜਾਵੇ, ਕਾਹਦਾ ਡਿਜੀਟਲ ਇੰਡੀਆ ਹੈਗਾ? ਜੇ ਤੁਸੀਂ ਕੰਪਿਊਟਰ ਦੇ ਉੱਤੇ ਸਾਨੂੰ ਦੇਖ ਕੇ ਵੀ ਸਾਨੂੰ ਪੈਸਾ ਨਹੀਂ ਕੱਢ ਕੇ ਦੇ ਰਹੇ ਹੈਗੇ ਹੋ, ਫਿਰ ਕਾਹਦਾ ਡਿਜੀਟਲ ਇੰਡੀਆ ਹੈਗਾ? ਤੁਸੀਂ ਕਹਿੰਦੇ ਹੋ ਜੀ ਪੇਟੀਐਮ ਯੂਜ਼ ਕਰੋ, ਫੋਨਪੇ ਯੂਜ਼ ਕਰੋ, ਹੋਰ ਚੀਜ਼ਾਂ ਯੂਜ਼ ਕਰੋ, ਕੈਸ਼ ਨਾ ਰੱਖੋ, ਠੀਕ ਹੈ? ਇਹੀ ਕਹਿੰਦੇ ਨੇ ਨਾ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਜੀ ਕਿ ਜੀ ਤੁਸੀਂ ਕੈਸ਼ਲੈਸ ਇੰਡੀਆ ਬਣਾਓ। ਤੁਸੀਂ ਵੀ ਤਾਂ ਡਿਜੀਟਲ ਇੰਡੀਆ ਬਣਾਓ। ਅੱਜ ਮੈਂ ਆਪਣਾ ਲਾਇਸੈਂਸ ਅਗਰ ਫੋਨ ਦੇ ਵਿੱਚੋਂ ਦਿਖਾਣੀ ਹੈਗੀ ਆ ਤਾਂ ਕੋਈ ਉਸ ਚੀਜ਼ ਨੂੰ ਮੰਨੇਗਾ ਨਹੀਂ, ਮੈਨੂੰ ਕਹਿਣਗੇ ਹਾਰਡ ਕਾਪੀ ਦਿਖਾਓ। ਤੁਸੀਂ ਚਿੱਪ ਲਗਵਾ ਦਿੱਤੀਆਂ, ਫਿਰ ਵੀ ਪੁਲਿਸ ਵਾਲੇ ਹੱਥ ਦੇ ਕੇ ਤੁਹਾਡੇ ਕਾਗਜ਼ ਚੈੱਕ ਕਰਦੇ ਨੇ। ਕਿਉਂ? ਜੇ ਡਿਜੀਟਲ ਇੰਡੀਆ ਵੈ, ਜੇ ਤੁਸੀਂ ਚਿੱਪ ਲਗਵਾ ਦਿੱਤੀ ਹੈਗੀ ਹੈ, ਸਾਨੂੰ ਇੱਕ ਬੰਦੇ ਨੂੰ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿ ਅਸੀਂ ਗੱਡੀਆਂ ਲੈ ਕੇ ਲਾਈਨਾਂ ਦੇ ਵਿੱਚ ਖੜੇ ਹੋਏ ਤੇ ਉਹਨਾਂ ਦੇ ਉੱਤੇ ਜਿਹੜਾ ਇੰਡੀਆ ਦੀ ਉਹ ਐਡੀ ਕੋ ਉਹਨਾਂ ਨੇ ਲਗਾ ਦਿੱਤੀ ਚਿੱਪ। ਉਹਦਾ ਕੀ ਫਾਇਦਾ ਹੋਇਆ ਮੈਨੂੰ ਦੱਸੋਗੇ ਤੁਸੀਂ ਸਾਰੇ? ਕੋਈ ਫਾਇਦਾ ਨਹੀਂ ਹੋਇਆ ਹੈ। ਬਸ ਸਰਕਾਰ ਨੇ 400 ਰੁਪਇਆ ਪਰ ਹੈੱਡ ਸਾਡੇ ਕੋਲੋਂ ਲੈ ਲਿਆ ਕਿ ਜੀ ਤੁਸੀਂ ਜਿਹੜਾ ਹੈਗਾ ਪਹਿਲੇ ਉਹਨੂੰ ਅਪਲਾਈ ਕਰੋ ਤੇ ਫਿਰ 400 ਦੇ ਕੇ ਤੁਸੀਂ ਆਪਣਾ ਜਿਹੜਾ ਹੈਗਾ ਆਪਣੀਆਂ ਨੰਬਰ ਪਲੇਟਾਂ ਨੂੰ ਚੇਂਜ ਕਰੋ। ਨਵਾਂ ਬਿਜ਼ਨਸ ਹੈ। ਪੁਰਾਣੀ ਨੰਬਰ ਪਲੇਟ ਕੀ ਕਹਿੰਦੀ ਸੀ ਜੀ? ਕਾਗਜ਼ ਤੇ ਸਾਨੂੰ ਅੱਜ ਵੀ ਕੱਢ ਕੇ ਦਿਖਾਣੇ ਪੈਂਦੇ ਨੇ। ਤੇ ਫਿਰ ਡਿਜੀਟਲ ਇੰਡੀਆ ਕਿੱਦਾਂ ਹੋਇਆ? ਇਸੇ ਤਰ੍ਹਾਂ ਹਰ ਚੀਜ਼ ਦੇ ਵਿੱਚ ਸਰਕਾਰ ਕਹਿ ਰਹੀ ਹੈਗੀ ਆ ਆਧਾਰ ਕਾਰਡ ਨਾਲ ਲਿੰਕ ਕਰ ਲਓ। ਜੇ ਤੁਹਾਡਾ ਆਧਾਰ ਕਾਰਡ ਮਿਸਪਲੇਸ ਹੋ ਜਾਵੇ, ਤੁਹਾਡਾ ਪੈਸਾ ਦੂਸਰੇ ਬੰਦੇ ਕੱਢ ਲੈਂਦੇ ਨੇ। ਗਰੀਬ ਬੰਦੇ ਨੂੰ ਆਧਾਰ ਕਾਰਡ ਦਾ ਯੂਜ਼ ਪ੍ਰੋਪਰ ਨਹੀਂ ਪਤਾ ਹੈਗਾ। ਤੁਹਾਡੇ ਆਧਾਰ ਕਾਰਡ ਦੇ ਮਿਸਯੂਜ਼ ਹੁੰਦੇ ਨੇ। ਕ੍ਰਾਈਮ ਵੱਧ ਰਿਹਾ ਹੈਗਾ। ਕਿਉਂ ਵੱਧ ਰਿਹਾ ਹੈਗਾ? ਕਿਉਂਕਿ ਕਿਤੇ ਨਾ ਕਿਤੇ ਲੂਪ ਹੋਲ ਛੱਡੇ ਜਾ ਰਹੇ। ਸਾਡੇ ਦੇਸ਼ ਨੂੰ ਤਰੱਕੀ ਵੱਲ ਲਿਜਾਣ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ, ਪਰ ਕੀ ਰਿਐਲਿਟੀ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ? ਨਹੀਂ। ਕਿਉਂ ਨਹੀਂ ਕੀਤੀ ਜਾ ਰਹੀ? ਮਹਿੰਗਾਈ ਵੱਧ ਰਹੀ ਹੈ, ਪੈਟਰੋਲ ਵੱਧ ਰਿਹਾ। ਅਸੀਂ ਹਰ ਚੀਜ਼ ਦੇ ਉੱਤੇ ਟੈਕਸ ਦਿੰਦੇ ਹਾਂ, ਫਿਰ ਵੀ ਸਾਨੂੰ ਕਿਹਾ ਜਾਂਦਾ ਕਿ ਅਸੀਂ ਟੈਕਸ ਨਹੀਂ ਪੇਸ਼ ਕਰਦੇ। ਸਭ ਤੋਂ ਜਿਹੜਾ ਮਾੜਾ ਟੈਕਸ ਸਾਡੀ ਗਵਰਨਮੈਂਟ ਨੇ ਸਾਡੇ ਉੱਤੇ ਲਗਾਇਆ ਹੈਗਾ ਉਹ ਹੈਗਾ ਪ੍ਰਾਪਰਟੀ ਟੈਕਸ। ਅਸੀਂ ਆਪਣੇ ਲਈ ਪ੍ਰਾਪਰਟੀ ਖਰੀਦਦੇ ਹਾਂ। ਮੈਂ ਮੰਨ ਲਓ ਆਪਣੇ ਲਈ ਇੱਕ ਪਲਾਟ ਖਰੀਦਦੀ ਹਾਂ ਤੇ ਮੈਨੂੰ ਉਹਦੇ ਤੇ ਜਿਹੜਾ ਹੈਗਾ ਅਸਟਾਮਾਂ ਦੇ ਰੂਪ ਵਿੱਚ ਟੈਕਸ ਜਿਹੜਾ ਮੈਂ ਸਰਕਾਰ ਨੂੰ ਦਿੰਦੀ ਹਾਂ ਕਿ ਜੀ ਮੇਰੀ ਪ੍ਰਾਪਰਟੀ ਦੀ ਇਹ ਵੈਲਿਊ ਹੈ ਤੇ ਮੈਂ ਸਰਕਾਰ ਨੂੰ ਉਹ ਟੈਕਸ ਪੇ ਕਰਕੇ ਰਜਿਸਟਰੀ ਆਪਣੇ ਨਾਮ ਦੇ ਉੱਤੇ ਕਰਵਾਉਣੀ। ਫਿਰ ਉਸ ਤੋਂ ਬਾਅਦ ਅਗਰ ਮੈਂ ਉਹਨੂੰ ਕੰਸਟਰਕਸ਼ਨ ਕਰਵਾਉਣੀ ਹੈਗੀ ਹੈ, ਮੈਂ ਇੱਟਾਂ ਦੇ ਉੱਤੇ, ਰੇਤ ਦੇ ਉੱਤੇ, ਪਾਣੀ ਦੇ ਉੱਤੇ, ਲੇਬਰ ਨੂੰ, ਹਰ ਚੀਜ਼ ਨੂੰ ਮੈਂ ਪੇ ਕਰ। ਮੈਂ ਮਕਾਨ ਬਣਾ ਲਿਆ, ਆਪਣਾ ਸੁਪਨਿਆਂ ਦਾ ਘਰ ਬਣਾ ਲਿਆ। ਮੈਂ ਹੁਣ ਕਹਿੰਦੀ ਹਾਂ ਜੀ ਇੱਥੇ ਮੈਂ ਸ਼ਾਂਤੀ ਨਾਲ ਰਹੂੰਗੀ, ਪਰ ਸਾਡੀ ਸਰਕਾਰ ਨੇ ਉਹ ਵੀ ਕੰਮ ਕਰ ਦਿੱਤਾ ਕਿ ਨਹੀਂ ਜੀ ਇਹਦੇ ਉੱਤੇ ਵੀ ਸਾਲ 'ਚ ਇੱਕ ਵਾਰੀ ਤੁਸੀਂ ਟੈਕਸ ਪੇ ਕਰੋ। ਪ੍ਰਾਪਰਟੀ ਟੈਕਸ ਤੁਹਾਨੂੰ ਦੇਣਾ ਪਏਗਾ। ਕਿਉਂ? ਤੁਸੀਂ ਸਾਡੀ ਪ੍ਰਾਪਰਟੀ ਲਈ ਕੀ ਕੀਤਾ? ਤੁਸੀਂ ਸਾਨੂੰ ਕਿਹੜੀ ਫੈਸਿਲਿਟੀ ਦਿੱਤੀ ਹੈ? ਜੇ ਮੇਰੇ ਘਰ ਦੇ ਅੱਗੇ ਕੋਈ ਪ੍ਰੋਬਲਮ ਆ ਜਾਂਦੀ ਹੈਗੀ ਹੈ ਤੇ ਕੀ ਤੁਸੀਂ ਉਸ ਚੀਜ਼ ਨੂੰ ਸੋਲਵ ਕਰਦੇ ਹੋ? ਮੈਂ ਪੁੱਛਣਾ ਚਾਹੁੰਦੀ ਹਾਂ, ਚਲੋ ਟੈਕਸ ਲਿਆ ਤੁਸੀਂ, ਠੀਕ ਹੈ, ਜਦੋਂ ਮੈਂ ਬੁਢਾਪੇ ਦੇ ਵਿੱਚ ਜਾਊਂਗੀ ਕੀ ਤੁਸੀਂ ਮੈਨੂੰ ਬੁਢਾਪਾ ਪੈਨਸ਼ਨ ਦਿਓਗੇ? ਕਿੰਨੀ ਦਿੰਦੇ ਹੋ? 1500 ਰੁਪਇਆ। ਟੈਕਸ ਲੈਣ ਲੱਗੇ ਤੁਸੀਂ ਕਿੰਨੇ ਲੈਂਦੇ ਹੈਗੇ ਹੋ? 10-10 ਹਜ਼ਾਰ ਰੁਪਇਆ, 20-20 ਹਜ਼ਾਰ ਰੁਪਇਆ, 50-50 ਹਜ਼ਾਰ ਰੁਪਇਆ, ਲੱਖਾਂ ਦੇ ਵਿੱਚ। ਕੀ ਗੱਲ? ਇੱਕ ਬੰਦੇ ਦਾ 1500 ਰੁਪਏ 'ਚ ਗੁਜ਼ਾਰਾ ਹੋ ਜਾਂਦਾ? ਵਿਡੋ ਪੈਨਸ਼ਨ ਸੋਚੋ ਕਿੰਨੀ ਹੈਗੀ ਹੈ? 750 ਰੁਪਇਆ। 700 ਰੁਪਏ 'ਚ ਇੱਕ ਵਿਡੋ ਘਰ ਚਲਾ ਲੇਗੀ। ਦੁੱਧ ਦਾ ਖਰਚਾ ਵੀ ਨਹੀਂ ਪੂਰਾ ਹੁੰਦਾ ਜੇ ਦੇਖਿਆ ਜਾਵੇ। ਪਰ ਸਾਡੀ ਸਰਕਾਰ ਜੇ ਦੇਣਾ ਹੁੰਦਾ ਤੇ ਇਹਨਾਂ ਦੇ ਖਜ਼ਾਨੇ ਖਾਲੀ ਨੇ, ਤੇ ਜੇ ਲੈਣਾ ਹੁੰਦਾ ਤੇ ਸਾਡੀ ਜੇਬ ਨੂੰ ਖੁਰਚ ਕੇ ਇਹ ਲੋਕ ਪੈਸੇ ਕੱਢਦੇ ਪਏ। ਸੋ ਪਲੀਜ਼ ਸਾਰੇ ਜਣੇ ਜਾਗਰੂਕ ਹੋਵੋ ਤੇ ਸਰਕਾਰ ਦੇ ਖਿਲਾਫ ਇਸ ਆਵਾਜ਼ ਨੂੰ ਬੁਲੰਦ ਕਰੋ ਕਿ ਅਸੀਂ ਇੱਦਾਂ ਦੇ ਬੇਫਜ਼ੂਲ ਟੈਕਸ ਨਹੀਂ ਦੇਣੇ। ਜੇ ਅਸੀਂ ਇਹ ਟੈਕਸ ਦੇਣੇ ਨੇ ਤੇ ਸਾਨੂੰ ਉਹਦੇ ਬਦਲੇ ਦੇ ਵਿੱਚ ਸਹੂਲਤਾਂ ਵੀ ਪੂਰੀਆਂ ਚਾਹੀਦੀਆਂ ਹੈਗੀਆਂ ਜੀ। ਥੈਂਕ ਯੂ। ਇੱਕ ਛੋਟੀ ਜਿਹੀ ਗੱਲ ਚਲਦੇ ਹੋਰ ਦੱਸ ਦਿਓ, ਜਿਹੜੇ ਟੋਲ ਪਲਾਜ਼ਾ ਬਣੇ ਨੇ ਜਾਂ ਜਿਹੜੀ ਪ੍ਰਾਈਵੇਟ ਪਾਰਟਨਰਸ਼ਿਪ ਨਾਲ ਕੋਈ ਵੀ ਸੜਕ, ਰੋਡ ਜਾਂ ਪੁਲ ਬਣਿਆ, ਉਹਦੇ ਉੱਤੇ ਇਹ ਸਰਕਾਰ ਨੇ ਕਦੀ ਨਹੀਂ ਲਿਖਿਆ ਵੀ ਇਹਦਾ ਇੰਨਾ ਖਰਚਾ ਹੋਇਆ ਔਰ ਇਸ ਤਰੀਕ ਤੱਕ ਪੂਰਾ ਹੋ ਜਾਏਗਾ। ਉਹ ਅਨਲਿਮਿਟਿਡ ਚੱਲਦਾ ਰਹਿੰਦਾ। ਇਹਦੇ ਬਾਰੇ ਕੁਝ ਬੋਲੋ। ਇਹ ਸਭ ਤੋਂ ਵੱਡੀ ਚੋਰ ਬਜ਼ਾਰੀ ਹੈ। ਮੈਂ ਨਹੀਂ ਕਹਿੰਦੀ ਪ੍ਰਾਈਵੇਟਾਈਜ਼ ਕਰ ਰਹੇ ਹੈਗੇ ਹੋ ਤੁਸੀਂ ਚੀਜ਼ਾਂ। ਤੁਸੀਂ ਸਰਕਾਰੀ ਬੰਦਿਆਂ ਦੇ ਥਰੂ ਪ੍ਰਾਈਵੇਟ ਬੰਦੇ ਨੂੰ ਜੇ ਠੇਕਾ ਦਿੰਦੇ ਹੋ, ਪਹਿਲੀ ਗੱਲ ਤਾਂ ਤੁਸੀਂ ਉੱਥੇ ਉਹਨਾਂ ਕੋਲੋਂ ਪੈਸੇ ਲੈਂਦੇ ਹੋ।
ਕਿ ਜੀ ਠੇਕਾ ਅਸੀਂ ਤੈਨੂੰ ਦੇਣਾ ਤੇ ਪਹਿਲੇ ਤੂੰ ਸਾਡੀ ਜੇਬ ਗਰਮ ਕਰ। ਦੂਸਰੀ ਚੀਜ਼ ਲਿਮਿਟਲੈਸ ਹੈਗਾ ਕਿ ਜੀ ਪੁਲ ਬਣਨਾ ਸ਼ੁਰੂ ਹੋਇਆ ਉਹ ਵਿੱਚ ਹੁਣ ਲੁਧਿਆਣੇ ਦੇ ਵਿੱਚ ਤੁਸੀਂ ਦੇਖ ਲਓ ਸਿਟੀ ਸੈਂਟਰ ਦੇ ਵਿੱਚ ਲੋਕਾਂ ਨੇ ਬਹੁਤ ਸਾਰਾ ਪੈਸਾ ਇਨਵੈਸਟ ਕੀਤਾ ਸੀਗਾ ਜਿਹਦੀ ਕੋਈ ਰਸੀਦ ਕਿਸੇ ਨੂੰ ਨਹੀਂ ਦਿੱਤੀ ਗਈ। ਉਹ ਅੱਜ ਤੱਕ ਮੇਰੇ ਖਿਆਲ ਪਿਛਲੇ 15 ਸਾਲਾਂ ਤੋਂ ਬੰਦ ਪਿਆ ਹੈ। ਉਹ ਜਗ੍ਹਾ ਨੂੰ ਉਹਨਾਂ ਨੇ ਵੀਰਾਨ ਕਰ ਦਿੱਤਾ। ਉਹ ਉੱਥੇ ਕ੍ਰਾਈਮ ਸਪੇਸ ਬਣ ਗਈ ਹੈਗੀ ਪਰ ਉਹ ਕੰਪਲੀਟ ਨਹੀਂ ਹੋ ਰਿਹਾ ਹੈ। ਜੇ ਪੁਲ ਬਣ ਰਿਹਾ ਲੋਕਾਂ ਨੂੰ ਇਨਕਨਵੀਨੀਅੰਸ ਹੋ ਰਹੀ ਹੈ, ਲੋਕਾਂ ਦਾ ਪੈਟਰੋਲ ਦਾ ਖਰਚਾ ਵੱਧ ਰਿਹਾ। ਹੋਰ ਦੱਸੋ ਤੁਸੀਂ, ਪਹਿਲੇ ਆਪਾਂ ਸਿੱਧੀ ਸੜਕ ਤੇ ਜਾਂਦੇ ਸੀ। ਅਸੀਂ ਟ੍ਰੈਫਿਕ ਕੰਟਰੋਲ ਦੇ ਨਾਮ ਦੇ ਉੱਤੇ ਕੀ ਕੀਤਾ ਹੈਗਾ ਕਿ ਜਿਹੜੇ ਡਿਵਾਈਡ ਹੁੰਦੀਆਂ ਸੀ ਜਿੱਥੋਂ ਸੜਕਾਂ ਜਿੱਥੋਂ ਅਸੀਂ ਮੁੜ ਸਕਦੇ ਹੁੰਦੇ ਸੀ ਉਹ ਜਗ੍ਹਾਵਾਂ ਬੰਦ ਕਰ ਦਿੱਤੀਆਂ। ਪਰ ਤੁਸੀਂ ਇਹ ਵੀ ਤਾਂ ਸੋਚੋ ਨਾ ਵੀ ਹੁਣ ਤੁਸੀਂ ਸਿੱਧਾ ਜਾਓ ਜੀ, ਸਿੱਧਾ ਤੇ ਜਾਓ ਤੇ ਜਿਹੜਾ ਪੈਟਰੋਲ ਲੱਗਣਾ ਉਹ ਕੌਣ ਦੇਗਾ? ਉਹ ਤੁਹਾਡੀ ਆਪਣੀ ਜੇਬ ਚੋਂ ਨਿਕਲੇਗਾ। ਉਹਨੂੰ ਅਸੀਂ 50 ਪੈਸੇ ਰੁਪਈਆ ਕਰਕੇ ਰੋਜ਼ ਮਹਿੰਗਾ ਕਰਾਂਗੇ ਤਾਂ ਕਿ ਜਿਹੜੀ ਤੁਹਾਡੀ ਥੋੜੀ ਬਹੁਤੀ ਜਾਨ ਹੈਗੀ ਹੈ ਨਾ ਉਹਨੂੰ ਵੀ ਨਿਕਾਲਿਆ ਜਾ ਸਕੇ। ਸਰਕਾਰੀ ਠੇਕੇ ਕਿਉਂ ਪ੍ਰਾਈਵੇਟਾਈਜ਼ ਕੀਤਾ ਜਾ ਰਿਹਾ? ਕਿਉਂ ਸਰਕਾਰੀ ਨੌਕਰੀ? ਮੈਨੂੰ ਇੱਕ ਗੱਲ ਦੱਸੋ, ਜੇ ਮੈਂ ਆਪਣਾ ਘਰ ਚਲਾਉਂਦੀ ਪਈ ਹਾਂ, ਰਾਜਾ ਮੈਂ ਵਾਂ ਤੇ ਮੇਰੇ ਹੱਥ 'ਚ ਖਜ਼ਾਨਾ ਹੋਣਾ ਚਾਹੀਦਾ, ਨਾ ਕਿ ਮੈਂ ਦੂਜਿਆਂ ਨੂੰ ਦੇ ਦੂੰਗੀ ਤੇ ਮੈਂ ਖਜ਼ਾਨਾ ਬਣ ਜੂੰਗੀ। ਅਸੀਂ ਚੀਜ਼ਾਂ ਨੂੰ ਪ੍ਰਾਈਵੇਟਾਈਜ਼ ਕਰ ਦੇਵਾਂਗੇ। ਹੁਣ ਇਹਨਾਂ ਨੇ ਬਿਜਲੀ ਕਰਤੀ ਜੀ, ਪੈਟਰੋਲ ਦੂਜਿਆਂ ਦੇ ਹੱਥਾਂ 'ਚ ਦੇ ਦਿੱਤਾ। ਸਰਕਾਰ ਦੇ ਆਪਣੇ ਹੱਥ ਵਿੱਚ ਕੁਝ ਨਹੀਂ ਰਹਿ ਗਿਆ। ਰੇਲਵੇ ਆ, ਜਦ ਤੁਸੀਂ ਦੂਸਰੇ ਤੋਂ ਪੈਸੇ ਲੈ ਕੇ, ਮੰਨ ਲਓ ਤੁਸੀਂ 1000 ਰੁਪਇਆ ਲੈ ਕੇ ਕਿਸੇ ਨੂੰ ਕੋਈ ਚੀਜ਼ ਵੇਚ ਦਿੱਤੀ, ਅੱਗੋਂ ਉਹ 1500 ਦੀ ਵੇਚੇ, 2000 ਦੀ ਵੇਚੇ, ਉਹਦੀ ਆਪਣੀ ਮਰਜ਼ੀ ਹੈ। ਫਿਰ ਸਰਕਾਰ ਨੇ ਕੀ ਕੰਮ ਕਰਨੇ ਹੈਗੇ ਆ? ਜੇ ਆਪਾਂ ਕਹੀਏ ਸਾਰੀਆਂ ਚੀਜ਼ਾਂ ਜੇ ਪ੍ਰਾਈਵੇਟਾਈਜ਼ ਹੋ ਜਾਣਗੀਆਂ ਤੇ ਫਿਰ ਸਰਕਾਰ ਨੇ ਕੀ ਕਰਨਾ? ਜਿਹੜੀਆਂ ਨੌਕਰੀਆਂ 4 ਨੌਕਰੀਆਂ ਤੇ ਬੰਦੇ ਬੈਠੇ ਹੈਗੇ ਨੇ ਉਹ ਵੀ ਖਾਲੀ ਕਰ ਦੇਣੀਆਂ। ਕੱਲ ਨੂੰ ਜੇ ਤੁਹਾਡੇ ਹੱਥ 'ਚ ਪੈਸਾ ਆਏਗਾ ਨਹੀਂ ਤੇ ਤੁਸੀਂ ਖਰਚੇ ਕਰੋਗੇ ਕਿੱਦਾਂ? ਸੋ ਇਹਨਾਂ ਚੀਜ਼ਾਂ ਨੂੰ ਪ੍ਰਾਈਵੇਟਾਈਜ਼, ਕਦੀ ਕਿਸੇ ਨੇ ਇਹ ਸੋਚਿਆ ਹੈਗਾ ਕਿ ਜੀ ਮੇਰੇ ਘਰ 'ਚ ਕਮਾ ਕੇ ਤੇ ਮੈਂ ਲੈ ਕੇ ਆਉਂਗੀ ਪਰ ਮੈਂ ਗੁਆਂਢੀਆਂ ਨੂੰ ਪੈਸੇ ਦੇ ਦੂੰਗੀ, ਉਹ ਖਰਚੇ ਕਰਨਗੇ, ਉਹ ਆਪਣੇ ਹਿਸਾਬ ਨਾਲ ਮੇਰੇ ਘਰ ਨੂੰ ਚਲਾਉਣਗੇ। ਕਿਉਂ ਪ੍ਰਾਈਵੇਟਾਈਜ਼ ਕਰਨਾ ਹੈਗਾ? ਸਰਕਾਰ ਸਾਡੀ ਕੀ ਗੱਲ ਸਾਡੇ ਦੇਸ਼ ਨੂੰ ਚਲਾ ਨਹੀਂ ਸਕਦੀ ਹੈਗੀ? ਸਾਡੇ ਰਾਜਾਂ ਨੂੰ ਚਲਾ ਨਹੀਂ ਸਕਦੀ? ਸਾਡੇ ਖਰਚੇ ਨਹੀਂ ਕਰ ਸਕਦੀ ਹੈਗੀ? ਸਰਕਾਰੀ ਬੰਦੇ ਕਿਉਂ ਨਹੀਂ, ਜੇ ਅਸੀਂ ਉਹਨਾਂ ਨੂੰ ਪ੍ਰੋਪਰ ਪੇ ਦਈਏ, ਅਸੀਂ ਉਹਨਾਂ ਨੂੰ ਪ੍ਰੋਪਰ ਪੈਨਸ਼ਨ ਵਗੈਰਾ ਦਈਏ ਤੇ ਕਿਉਂ ਨਹੀਂ ਸਾਡੇ ਕੰਮ ਸਹੀ ਹੋਣਗੇ? ਜੀ ਇੱਕ ਚੀਜ਼ ਹੋਰ ਹੈ, ਜੀ ਕਈ ਜਿਵੇਂ ਤੇਲਗੀ ਦਾ ਕਾਂਡ ਹੋਇਆ ਸੀ, ਉਹਨੇ 60,000 ਕਰੋੜ ਦਾ ਘੁਟਾਲਾ ਕੀਤਾ ਸੀ। ਉਹਦੀ ਵਾਈਫ ਨੇ ਕਿਹਾ ਸੀ ਵੀ ਜੋ ਘੁਟਾਲਾ ਉਹਨੇ ਕੀਤਾ ਹੈ ਉਹ ਤੁਸੀਂ ਪੈਸੇ ਮੇਰੇ ਤੋਂ ਲੈ ਲਓ, ਔਰ ਸਰਕਾਰ ਨੇ ਇਹਦੇ ਬਾਰੇ ਕੋਈ ਸਾਰਵਜਨਿਕ ਸੂਚਨਾ ਭਾਰਤ ਦੇ ਲੋਕਾਂ ਨੂੰ ਨਹੀਂ ਦਿੱਤੀ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਤਾਂ ਸਾਡੀ ਸਰਕਾਰ ਦਾ ਪੱਕਾ ਹੀ ਕੰਮ ਹੈ ਨਾ। ਜਿਹੜੇ ਯਾਰ ਦੋਸਤ ਹੈਗੇ ਆ ਇਹਨਾਂ ਦੇ ਪੱਕੇ, ਜਿਹੜੇ ਇੰਨੇ ਘੁਟਾਲੇ ਕਰਦੇ ਨੇ, ਉਹਨਾਂ ਦੇ ਉੱਤੇ ਕਮਿਸ਼ਨ ਬਿਠਾ ਦਿੱਤਾ ਜਾਂਦਾ ਹੈ, ਰਿਪੋਰਟਾਂ ਆ ਜਾਂਦੀਆਂ ਨੇ। ਲੋਕਾਂ ਨੂੰ ਸ਼ਾਂਤ ਕਰਨ ਲਈ ਨਾ ਕੁਝ ਦੇਰ ਲਈ ਜਦੋਂ ਜਨਤਾ ਭੜਕਦੀ ਆ ਉਦੋਂ ਕਮਿਸ਼ਨ ਬਿਠਾ ਦਿੱਤਾ ਜਾਂਦਾ। ਉਸ ਤੋਂ ਬਾਅਦ ਉਸ ਬੰਦੇ ਨੂੰ ਚੁੱਪਚਾਪ ਬਾਹਰ ਭੇਜ ਦਿੱਤਾ ਜਾਂਦਾ। ਸਾਨੂੰ ਕਿਹਾ ਗਿਆ ਸੀ ਕਾਲਾ ਧਨ ਵਾਪਸ ਆਏਗਾ, ਸਵਿਸ ਬੈਂਕਾਂ ਤੋਂ ਕਾਲਾ ਧਨ ਵਾਪਸ ਆਏਗਾ। ਆ ਗਿਆ? ਨਹੀਂ ਆਇਆ। ਕਿਉਂ ਨਹੀਂ ਆਇਆ? ਕਿਉਂਕਿ ਅਸੀਂ ਉਹਦੇ ਲਈ ਐਫਰਟਸ ਹੀ ਨਹੀਂ ਕੀਤੇ। ਥੋੜ੍ਹੀ ਦੇਰ ਲਈ ਇਹ ਇਲੈਕਸ਼ਨਾਂ ਨੂੰ ਜਿੱਤਣ ਦਾ ਇੱਕ ਜਿਹੜਾ ਸੀਗਾ ਤਰੀਕਾ ਸੀਗਾ ਕਿ ਜੀ ਮੈਂ ਕਾਲਾ ਧਨ ਵਾਪਸ ਲੈ ਕੇ ਆਊਂਗਾ, ਮੈਂ ਨੋਟਬੰਦੀ ਕਰੂੰਗਾ। ਨੋਟਬੰਦੀ ਕਰਕੇ ਕੀ ਮਿਲਿਆ? ਕਦੀ ਕਿਸੇ ਨੇ ਸੋਚਿਆ ਕਿ ਨੋਟਬੰਦੀ ਦਾ ਤੁਹਾਨੂੰ ਕੀ ਫਾਇਦਾ ਹੋਇਆ? ਜਿਹੜਾ ਤੁਹਾਡਾ 100 ਰੁਪਏ ਦਾ ਨੋਟ ਸੀਗਾ ਨਾ, ਉਹ ਰੱਦੀ ਦੇ ਭਾਅ ਚਲਾ ਗਿਆ, ਉਹਦੀ ਕੋਈ ਵੈਲਿਊ ਨਹੀਂ ਰਹੀ। ਤੁਹਾਨੂੰ ਜਿਹੜਾ ਨਵਾਂ ਨੋਟ ਛਪ ਕੇ ਆਇਆ ਉਹਦੀ ਛਪਾਈ ਦੇ ਪੈਸੇ ਤੁਸੀਂ ਦਿੱਤੇ, ਤੁਹਾਡੀ ਜੇਬ 'ਚੋਂ ਨਿਕਲ ਕੇ ਗਏ। ਕੁਛ ਕਰੋੜਾਂ ਰੁਪਇਆ ਜਿਹੜਾ ਸੀਗਾ ਉਹ ਕਮਰਿਆਂ 'ਚ ਬੰਦ ਕਰ ਦਿੱਤਾ ਗਿਆ, ਲੋਕਾਂ ਨੇ ਨਦੀਆਂ 'ਚ ਸੁੱਟ ਦਿੱਤਾ। ਕਿੰਨਾ ਤੁਹਾਡਾ ਪੈਸੇ ਦਾ ਨੁਕਸਾਨ ਹੋਇਆ। ਲੋਕੀ ਕੰਮਕਾਰ ਛੱਡ ਕੇ ਬੈਂਕਾਂ ਦੇ ਵਿੱਚ ਆਪਣੇ ਪੁਰਾਣੇ ਨੋਟ ਬਦਲਾਉਣ ਨੂੰ ਖੜੇ ਰਹੇ। ਮੈਨੂੰ ਇੱਕ ਫਾਇਦਾ ਦੱਸ ਦਿਓ ਕਿ ਜੀ ਸਾਨੂੰ ਜਿਹੜਾ ਹੈਗਾ ਨੋਟਬੰਦੀ ਦਾ ਇੱਕ ਵੀ ਫਾਇਦਾ ਹੋਇਆ? ਨੁਕਸਾਨ ਬਹੁਤ ਸਾਰੇ ਹੋਏ। ਸਾਡੇ ਪੈਸੇ ਦੇ ਨੋਟ ਜਿਹੜੇ ਸੀਗੇ ਉਹਨਾਂ ਨੂੰ ਰੱਦੀ ਬਣਾ ਦਿੱਤਾ ਗਿਆ, ਸਾਡੇ ਤੋਂ ਹੋਰ ਪੈਸਾ ਲੈ ਕੇ ਨਵੇਂ ਨੋਟ ਬਣਾ ਦਿੱਤੇ ਗਏ ਤੇ ਫਿਰ ਉਹਨਾਂ ਨੋਟਾਂ ਨੂੰ ਲੈਣ ਦੇ ਲਈ ਅਸੀਂ ਆਪਣੇ ਕੰਮਕਾਰ ਛੱਡ ਕੇ, ਛੁੱਟੀਆਂ ਕਰਕੇ ਅਸੀਂ ਲਾਈਨਾਂ 'ਚ ਖੜੇ ਹੋ ਕੇ ਉਹਨਾਂ ਨੋਟਾਂ ਨੂੰ ਲਿਆ। ਮੈਨੂੰ ਦੱਸੋ ਇਹਦੇ ਵਿੱਚ ਕੀ ਫਾਇਦਾ ਸੀਗਾ? ਔਰ ਕਿੰਨੇ ਲੋਕ ਇਹਨਾਂ ਲਾਈਨਾਂ 'ਚ ਮਰ ਗਏ। ਬਿਲਕੁਲ, ਕਈ ਲੋਕਾਂ ਨੇ ਆਪਣੀਆਂ ਧੀਆਂ ਦੇ ਵਿਆਹ ਰੱਖੇ ਹੋਏ ਸੀਗੇ, ਉਸ ਟਾਈਮ ਤੇ ਉਹਨਾਂ ਨੂੰ ਪੈਸਾ ਨਹੀਂ ਅਰੇਂਜ ਹੋਇਆ। ਕਈ ਬੰਦਿਆਂ ਨੇ ਕਈ ਸ਼ਗਨ ਸਾਰਥ ਕਰਨੇ ਸੀ, ਕਿਸੇ ਨੇ ਬਾਹਰ ਜਾਣਾ ਸੀ, ਕਿਸੇ ਨੇ ਉਹਨਾਂ ਪੈਸਿਆਂ ਦੇ ਨਾਲ ਆਪਣੀਆਂ ਰਜਿਸਟਰੀਆਂ ਕਰਾਈਆਂ ਹੋਈਆਂ ਸੀਗੀਆਂ। ਸਾਡੇ ਦੇਸ਼ 'ਚ ਇੱਕ ਵਧੀਆ ਤਾਂ ਚੀਜ਼ ਚੱਲਦੀ ਹੈਗੀ ਹੈ ਕਿ ਜੇ ਆਪਾਂ ਪ੍ਰਾਪਰਟੀ ਦੀ ਰਜਿਸਟਰੀ ਕਰਾਉਂਦੇ ਹਾਂ, ਜਿੰਨੀ ਵਾਈਟ ਹੁੰਦੀ ਹੈ ਉਸ ਤੋਂ ਜ਼ਿਆਦਾ ਬਲੈਕ ਮਨੀ ਅਸੀਂ ਦਿੰਦੇ ਹਾਂ।
ਤੇ ਉਹ ਬਲੈਕ ਮਨੀ ਜਿਸ ਬੰਦੇ ਦੇ ਘਰ 'ਚ ਮੰਨ ਲਓ ਜੇ ਇੱਕ ਬੰਦੇ ਨੇ ਅੱਜ ਰਜਿਸਟਰੀ ਕਰਾਈ ਸੀ ਰਾਤ ਨੂੰ ਨੋਟਬੰਦੀ ਹੋ ਗਈ, ਉਹ ਵਿਚਾਰੇ ਦੇ ਇੰਨੇ ਬੜੇ ਨੋਟ ਜਿਹੜੇ ਘਰ 'ਚ ਪਏ ਸੀ ਉਹ ਸ਼ਾਮ ਨੂੰ ਹਾਰਟ ਅਟੈਕ ਨਾਲ ਪਿਆ ਹੋਇਆ ਸੀਗਾ ਕਿ ਜੀ ਨੋਟਬੰਦੀ ਹੋ ਗਈ ਤੇ ਮੈਂ ਕੀ ਕਰਾਂ ਹੁਣ ਇਹਨਾਂ ਪੈਸੇ ਦਾ, ਮੈਂ ਇਸ ਪੈਸੇ ਨੂੰ ਕਿੱਦਾਂ ਟਿਕਾਣੇ ਲਗਾਵਾਂਗਾ। ਦੇਖੋ ਇੱਕ ਚੀਜ਼ ਹੈ ਟੈਕਸਾਂ ਦੀ ਮਾਰ ਤੇ ਸਰਕਾਰ ਦੀ ਜਿਹੜੀ ਹੈ ਜਾਤੀਆਂ ਦੀ ਪਰਮਾਰ, ਇਹਦੇ ਬਾਰੇ ਭੈਣ ਜੀ ਨੇ ਚਾਨਣਾ ਪਾ ਦਿੱਤਾ ਹੈ। ਥੈਂਕ ਯੂ ਭੈਣ ਜੀ, ਤੁਸੀਂ ਬਹੁਤ ਗੱਲਾਂ ਕੀਤੀਆਂ ਹੈ। ਔਰ ਚੀਜ਼ ਇਹ ਹੈ ਇਹਨਾਂ ਟੈਕਸਾਂ ਦੀ ਮਾਰ ਦੇ ਥੱਲੇ ਵੇਖ ਲਓ, ਇਹ ਚੰਡੀਗੜ੍ਹ ਦੇ ਵਿੱਚ ਇਹ ਸਮਾਰਟ ਸਿਟੀ ਦਾ ਸੀਨ ਦਿਖਾ ਰਿਹਾ ਤੁਹਾਨੂੰ। ਇਹ ਉਜਾੜਾ ਪਿਆ ਹੈ ਜਾਂ ਖਲੇਰਾ ਪਿਆ ਹੈ ਜਾਂ ਸੰਭਰਿਆ ਸੁਧਰਿਆ ਹੋਇਆ ਕੰਮ ਹੈ, ਕੋਈ ਕੁਛ ਹੈ, ਇਹ ਕੁਛ ਨਜ਼ਰ ਆ ਰਿਹਾ ਤੁਹਾਨੂੰ ਤੇ ਮੈਨੂੰ ਵੀ ਦੱਸਦੀ ਹੋ, ਮੈਂ ਤੁਹਾਨੂੰ ਇਹ ਝਾਤ ਮਰਵਾ ਦਿੱਤੀ ਹੈ। ਔਰ ਪਾਰਕਿੰਗ ਕੋਈ ਨਹੀਂ ਹੈਗੀ, ਤੁਹਾਡੇ ਤੋਂ ਪਾਰਕਿੰਗ ਫੀਸ ਲਈ ਜਾ ਰਹੀ ਹੈ, ਪ੍ਰੋਪਰ ਪਾਰਕਿੰਗ ਨਹੀਂ ਹੈਗੀ, ਔਰ ਉਹ ਵੀ ਟੈਕਸ ਦਾ ਸਬਜੈਕਟ ਹੈ ਜਾਂ ਨਹੀਂ ਹੈ। ਇਹ ਕਈ ਗੱਲਾਂ ਨੇ, ਚੈਪਟਰ ਬੜਾ ਵੱਡਾ ਹੈ, ਗੱਲਾਂ ਇੰਨੀਆਂ ਕੋਈ। ਮੇਰੇ ਵੀਡੀਓ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦੇਣਾ, ਲਾਈਕ ਕਰ ਦੇਣਾ ਔਰ ਸ਼ੇਅਰ ਕਰ ਦੇਣਾ। ਇੱਕ ਬੇਨਤੀ ਹੋਰ ਪ੍ਰਵਾਨ ਕਰਨਾ ਕਿ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ। ਇਹ ਭੈਣ ਜੀ ਨੇ ਆਪਣੇ ਸਾਰੇ ਵਡਮੁੱਲੇ ਵਿਚਾਰ ਰੱਖੇ ਨੇ, ਇਹ ਦੇਸ਼ ਹਿੱਤ 'ਚ ਰੱਖੇ ਨੇ ਔਰ ਦੇਸ਼ ਦੀ ਏਕਤਾ ਅਖੰਡਤਾ ਦੇ ਲਈ ਨੇ। ਔਰ ਇਸ ਨੂੰ ਜਿਹੜੇ ਵਿਚਾਰਾਂ ਦੀ ਪਰਮਾਰ ਹੈ ਇਹ ਜਿਹੜੀ ਹੈ ਸਰਕਾਰ ਤੱਕ ਪਹੁੰਚਣੀ ਜ਼ਰੂਰੀ ਹੈ। ਸਾਡੀ ਸਰਕਾਰ ਹੈ, ਅਸੀਂ ਸਰਕਾਰ ਦੇ ਲੋਕ ਹਾਂ, ਇਹ ਦੇਸ਼ ਸਾਡਾ। ਔਰ ਇਸ ਦੇਸ਼ ਦੇ ਵਿੱਚ ਜੇ ਸਾਡੀ ਆਵਾਜ਼ ਇਸ ਚੈਨਲ ਦੇ ਥਰੂ ਤੁਹਾਡੇ ਰਾਹੀਂ ਪਹੁੰਚ ਜਾਏ ਸ਼ੇਅਰ ਕਰਕੇ, ਤੇ ਬਹੁਤ ਧੰਨਵਾਦੀ ਹੋਵਾਂਗੇ। ਗੱਲਾਂ ਇੰਨੀਆਂ ਹੀ ਜ਼ਿਆਦਾ ਨਹੀਂ। ਸਤਿ ਸ੍ਰੀ ਅਕਾਲ।